ਸਾਰਿਆਂ ਦਾ ਮੇਰੇ ਚੈਨਲ ਉੱਤੇ ਸਵਾਗਤ ਹੈ। ਅਸੀਂ ਇਸ ਚੈਨਲ ਉੱਤੇ ਗਿਆਨ ਵਿਗਿਆਨ ਨਾਲ ਸੰਬੰਧਿਤ ਰੌਚਕ ਤੱਥ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ। ਮਿਸ਼ਨ 100% ਅਨੁਸਾਰ ਅਸੀਂ 8ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਪਰੀ ਬੋਰਡ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਇਆ ਸੀ ਬਾਰੇ ਗੱਲਬਾਤ ਕਰਾਂਗੇ। ਪਰੀ ਬੋਰਡ ਦੇ ਪੇਪਰਾਂ ਵਿੱਚੋਂ ਕੁਝ ਪ੍ਰਤੀਸ਼ਤ ਸਵਾਲ ਬੋਰਡ ਦੇ ਪੇਪਰਾਂ ਵਿੱਚ ਆਉਂਦੇ ਹਨ। ਆਓ ਪਰੀ ਬੋਰਡ ਪੇਪਰ ਬਾਰੇ ਗੱਲਬਾਤ ਕਰਦੇ ਹਾਂ। ਇਸ ਪੇਪਰ ਵਿੱਚ ਸਭ ਤੋਂ ਪਹਿਲਾਂ 15 ਬਹੁ ਵਿਕਲਪੀ ਪ੍ਰਸ਼ਨ ਆਏ ਹਨ, ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਪਹਿਲਾ ਬਹੁ ਵਿਕਲਪੀ ਪ੍ਰਸ਼ਨ, ਇਹਨਾਂ ਵਿੱਚੋਂ ਕਿਹੜੀਆਂ ਬਿਮਾਰੀਆਂ ਨੂੰ ਟੀਕਾਕਰਨ ਦੁਆਰਾ ਰੋਕਿਆ ਜਾਂਦਾ ਹੈ? ਇਸ ਦੀਆਂ ਆਪਸ਼ਨ ਹਨ ਮਲੇਰੀਆ, ਦਾਦ, ਖਾਰਸ਼, ਪੋਲੀਓ ਅਤੇ ਹੈਜ਼ਾ। ਇਹਨਾਂ ਸਾਰੀਆਂ ਬਿਮਾਰੀਆਂ ਵਿੱਚੋਂ ਪੋਲੀਓ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਹੋਣ ਤੋਂ ਪਹਿਲਾਂ ਇਸ ਦਾ ਟੀਕਾਕਰਨ ਕੀਤਾ ਜਾਂਦਾ ਹੈ। ਬਾਕੀ ਸਾਰੀਆਂ ਬਿਮਾਰੀਆਂ ਦਾ ਇਲਾਜ ਉਹਨਾਂ ਬਿਮਾਰੀਆਂ ਦੇ ਹੋਣ ਤੋਂ ਬਾਅਦ ਇਲਾਜ ਕੀਤਾ ਜਾਂਦਾ ਹੈ। ਇਸ ਲਈ ਇਸ ਪ੍ਰਸ਼ਨ ਦਾ ਉੱਤਰ ਪੋਲੀਓ ਆਵੇਗਾ। ਦੂਜਾ ਬਹੁ ਵਿਕਲਪੀ ਪ੍ਰਸ਼ਨ, ਤੂੜੀ ਤੋਂ ਅਨਾਜ ਸਾਫ਼ ਕਰਨ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ। ਜਦੋਂ ਫਸਲ ਪੱਕ ਜਾਂਦੀਆਂ ਹਨ ਤਾਂ ਉਸ ਨੂੰ ਕਟਾਈ ਕਰਕੇ ਦਾਣੇ ਅਤੇ ਤੂੜੀ ਵੱਖ ਕੀਤੀ ਜਾਂਦੀ ਹੈ। ਉਸ ਦੇ ਢੰਗ ਬਾਰੇ ਇਸ ਪ੍ਰਸ਼ਨ ਵਿੱਚ ਪੁੱਛਿਆ ਗਿਆ ਹੈ। ਆਓ ਇਸ ਦੀਆਂ ਆਪਸ਼ਨ ਬਾਰੇ ਜਾਣਕਾਰੀ ਲੈਂਦੇ ਹਾਂ। ਪਹਿਲੀ ਆਪਸ਼ਨ ਕਟਾਈ। ਕਟਾਈ ਤੋਂ ਭਾਵ ਕੱਟਣਾ ਹੁੰਦਾ ਹੈ। ਇਹ ਫਸਲਾਂ ਦੇ ਪੱਕਣ ਉੱਤੇ ਕੀਤਾ ਜਾਂਦਾ ਹੈ। ਇਹ ਹੱਥਾਂ ਨਾਲ ਜਾਂ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਦੂਜੀ ਆਪਸ਼ਨ ਗਹਾਈ। ਇਸ ਤਰੀਕੇ ਵਿੱਚ ਫਸਲਾਂ ਨੂੰ ਕੱਟਣ ਤੋਂ ਬਾਅਦ ਦਾਣਿਆਂ ਨੂੰ ਤੂੜੀ ਤੋਂ ਅਲੱਗ ਕੀਤਾ ਜਾਂਦਾ ਹੈ। ਇਸ ਵਿਧੀ ਹੱਥ ਨਾਲ ਜਾਂ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਤੀਜੀ ਆਪਸ਼ਨ ਛਿੱਟਾ ਦੇਣਾ। ਇਹ ਬਿਜਾਈ ਦਾ ਢੰਗ ਹੈ ਜਿਸ ਨਾਲ ਖੇਤਾਂ ਵਿੱਚ ਫਸਲਾਂ ਬੀਜੀਆਂ ਜਾਂਦੀਆਂ ਹਨ। ਇਹ ਆਸਾਨ ਅਤੇ ਜਲਦੀ ਹੋਣ ਵਾਲੀ ਵਿਧੀ ਹੈ। ਚੌਥੀ ਆਪਸ਼ਨ ਛੱਟਣਾ। ਇਸ ਵਿਧੀ ਛੋਟੇ ਕਿਸਾਨਾਂ ਵੱਲੋਂ ਦਾਣਿਆਂ ਨੂੰ ਅਲੱਗ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਸਾਰੀਆਂ ਆਪਸ਼ਨ ਵਿੱਚੋਂ ਗਹਾਈ ਵਿਧੀ ਹੈ ਜਿਸ ਰਾਹੀਂ ਤੂੜੀ ਨੂੰ ਦਾਣਿਆਂ ਤੋਂ ਅਲੱਗ ਕੀਤਾ ਜਾਂਦਾ ਹੈ। ਤੀਜਾ ਬਹੁ ਵਿਕਲਪੀ ਪ੍ਰਸ਼ਨ, ਗੰਡੋਏ ਦੀ ਵਰਤੋਂ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ? ਇਸ ਪ੍ਰਸ਼ਨ ਵਿੱਚ ਸਾਨੂੰ ਖਾਦ ਤਿਆਰ ਕਰਨ ਬਾਰੇ ਗੱਲਬਾਤ ਕੀਤੀ ਹੈ, ਜਿਸ ਵਿੱਚ ਪੁੱਛਿਆ ਹੈ ਕਿ ਗੰਡੋਇਆਂ ਦੀ ਵਰਤੋਂ ਨਾਲ ਕਿਹੜੀ ਖਾਦ ਤਿਆਰ ਕੀਤੀ ਜਾਂਦੀ ਹੈ। ਗੰਡੋਇਆਂ ਦੀ ਵਰਤੋਂ ਕਰਕੇ ਵਰਮੀ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ। ਵਰਮੀ ਕੰਪੋਸਟ ਵਿੱਚ ਪਾਣੀ ਵਿੱਚ ਘੁਲਣਸ਼ੀਲ ਪੌਸ਼ਟਿਕ ਤੱਤ ਹੁੰਦੇ ਹਨ ਜਿਨ੍ਹਾਂ ਨੂੰ ਵਰਮੀਵਾਸ਼ ਦੇ ਰੂਪ ਵਿੱਚ ਕੱਢਿਆ ਜਾ ਸਕਦਾ ਹੈ ਅਤੇ ਇਹ ਇੱਕ ਸ਼ਾਨਦਾਰ, ਪੌਸ਼ਟਿਕ ਤੱਤਾਂ ਨਾਲ ਭਰਪੂਰ ਜੈਵਿਕ ਖਾਦ ਅਤੇ ਮਿੱਟੀ ਕੰਡੀਸ਼ਨਰ ਹੈ। ਇਹ ਬਾਗਬਾਨੀ ਅਤੇ ਟਿਕਾਊ ਜੈਵਿਕ ਖੇਤੀ ਲਈ ਵਰਤੀ ਜਾਂਦੀ ਹੈ। ਇਸ ਤਰ੍ਹਾਂ ਇਸ ਬਹੁ ਵਿਕਲਪੀ ਦਾ ਉੱਤਰ ਵਰਮੀ ਕੰਪੋਸਟ ਆਵੇਗਾ। ਚੌਥਾ ਬਹੁ ਵਿਕਲਪੀ ਪ੍ਰਸ਼ਨ, ਊਰਜਾ ਦਾ ਇੱਕ ਅਮੁੱਕ ਸਰੋਤ ਹੈ। ਇਸ ਦੀਆਂ ਸਾਨੂੰ ਆਪਸ਼ਨ ਹਨ ਕੋਲਾ, ਹਵਾ, ਕੁਦਰਤੀ ਗੈਸ ਅਤੇ ਪੈਟਰੋਲੀਅਮ। ਅਸੀਂ ਜਾਣਦੇ ਹਾਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਇਹ ਸਾਰੇ ਪਥਰਾਟ ਬਾਲਣ ਹਨ ਜੋ ਸਾਨੂੰ ਕੁਦਰਤੀ ਘਟਨਾਵਾਂ ਕਰਕੇ ਮਿੱਟੀ ਵਿੱਚ ਦੱਬੇ ਹੋਏ ਕਾਰਬਨ ਵਾਲੇ ਜੀਵਾਂ ਅਤੇ ਪੌਦਿਆਂ ਦੇ ਕਾਰਬਨੀਕਰਨ ਹੋਣ ਤੋਂ ਬਾਅਦ ਕਰੋੜਾਂ ਸਾਲਾਂ ਵਿੱਚ ਮਿਲਦੇ ਹਨ। ਜੇਕਰ ਇੱਕ ਵਾਰ ਇਹ ਖਤਮ ਹੋ ਗਏ ਤਾਂ ਦੁਬਾਰਾ ਇਹਨਾਂ ਨੂੰ ਅਸੀਂ ਕਰੋੜਾਂ ਸਾਲਾਂ ਬਾਅਦ ਹੀ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਇਹ ਖਤਮ ਹੋ ਜਾਣ ਵਾਲੇ ਸਾਧਨ ਹਨ। ਸਾਨੂੰ ਸਵਾਲ ਵਿੱਚ ਨਾ ਖਤਮ ਹੋਣ ਵਾਲੇ ਸਾਧਨ ਬਾਰੇ ਪੁੱਛਿਆ ਗਿਆ ਹੈ। ਇਸ ਦਾ ਉੱਤਰ ਹਵਾ ਆਵੇਗਾ, ਕਿਉਂਕਿ ਹਵਾ ਕਦੇ ਵੀ ਖਤਮ ਨਹੀਂ ਹੋਵੇਗੀ। ਇਹ ਸਾਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ। ਪੰਜਵਾਂ ਬਹੁ ਵਿਕਲਪੀ, ਘੱਟੋ ਘੱਟ ਤਾਪਮਾਨ ਜਿਸ ਤੇ ਬਾਲਣ ਬਲਦਾ ਹੈ। ਇਸ ਦੀਆਂ ਆਪਸ਼ਨ ਹਨ ਪਿਘਲਣ ਦਾ ਤਾਪਮਾਨ, ਜਲਣ ਤਾਪਮਾਨ, ਉਬਲਣ ਦਾ ਤਾਪਮਾਨ ਅਤੇ ਇਹਨਾਂ ਵਿੱਚੋਂ ਕੋਈ ਨਹੀਂ। ਆਓ ਇਹਨਾਂ ਆਪਸ਼ਨ ਬਾਰੇ ਗੱਲਬਾਤ ਕਰਦੇ ਹਾਂ। ਪਿਘਲਣ ਦਾ ਤਾਪਮਾਨ, ਇਹ ਉਹ ਤਾਪਮਾਨ ਹੈ ਜਿਸ ਉੱਤੇ ਪਦਾਰਥ ਠੋਸ ਅਵਸਥਾ ਤੋਂ ਤਰਲ ਅਵਸਥਾ ਵਿੱਚ ਬਦਲ ਜਾਂਦੇ ਹਨ। ਉਦਾਹਰਣ ਵਜੋਂ ਬਰਫ਼ ਤੋਂ ਪਾਣੀ 1 ਡਿਗਰੀ ਸੈਲਸੀਅਸ ਉੱਤੇ ਬਣ ਜਾਂਦਾ ਹੈ। ਦੂਜੀ ਆਪਸ਼ਨ ਜਲਣ ਤਾਪਮਾਨ, ਉਹ ਘੱਟੋ ਘੱਟ ਤਾਪਮਾਨ ਜਿਸ ਉੱਤੇ ਜਲਣਸ਼ੀਲ ਪਦਾਰਥ ਅੱਗ ਫੜ ਲੈਂਦਾ ਹੈ। ਤੀਜੀ ਆਪਸ਼ਨ ਉਬਲਣ ਦਾ ਤਾਪਮਾਨ, ਇਹ ਉਹ ਤਾਪਮਾਨ ਹੁੰਦਾ ਹੈ ਜਿਸ ਉੱਤੇ ਪਦਾਰਥ ਤਰਲ ਅਵਸਥਾ ਤੋਂ ਗੈਸ ਜਾਂ ਭਾਫ਼ ਵਿੱਚ ਬਦਲ ਜਾਂਦਾ ਹੈ, ਜਿਵੇਂ ਕਿ 100 ਡਿਗਰੀ ਸੈਲਸੀਅਸ ਤਾਪਮਾਨ ਉੱਤੇ ਪਾਣੀ ਭਾਫ਼ ਵਿੱਚ ਬਦਲ ਜਾਂਦਾ ਹੈ। ਇਹਨਾਂ ਸਾਰੀਆਂ ਆਪਸ਼ਨ ਬਾਰੇ ਗੱਲਬਾਤ ਕਰਨ ਨਾਲ ਪਤਾ ਲੱਗਦਾ ਹੈ ਕਿ ਜਲਣ ਤਾਪਮਾਨ ਉੱਤਰ ਆਵੇਗਾ। ਛੇਵਾਂ ਬਹੁ ਵਿਕਲਪੀ ਪ੍ਰਸ਼ਨ, ਇਹ ਪ੍ਰਜਾਤੀ ਭਾਰਤ ਵਿੱਚੋਂ ਅਲੋਪ ਹੋ ਗਈ ਹੈ। ਇਸ ਦੀਆਂ ਆਪਸ਼ਨ ਹਨ ਚੀਤਾ, ਜੰਗਲੀ ਕੁੱਤਾ, ਬੰਗਾਲ ਟਾਈਗਰ ਅਤੇ ਜੰਗਲੀ ਖੇਤਾ।
ਚੀਤਾ ਦੀਆਂ ਸਾਰੀਆਂ ਪ੍ਰਜਾਤੀਆਂ ਭਾਰਤ ਵਿੱਚੋਂ ਅਲੋਪ ਹੋ ਗਈਆਂ ਹਨ। ਇਹਨਾਂ ਦੇ ਆਲੋਪ ਹੋਣ ਦਾ ਕਾਰਨ ਕੁਦਰਤੀ ਨਿਵਾਸ ਸਥਾਨ ਖਤਮ ਹੋਣਾ, ਮਨੁੱਖ ਦੁਆਰਾ ਸ਼ਿਕਾਰ ਕਰਨਾ ਹੈ। ਇਸ ਤਰ੍ਹਾਂ ਇਸ ਸਵਾਲ ਦਾ ਜਵਾਬ ਚੀਤਾ ਆਵੇਗਾ। 7ਵਾਂ ਬਹੁਵਿਕਲਪੀ ਪ੍ਰਸ਼ਨ, ਮਨੁੱਖਾਂ ਵਿੱਚ ਨਿਸ਼ੇਚਨ ਕਿੱਥੇ ਹੁੰਦਾ ਹੈ? ਇਸ ਦੀਆਂ ਸਾਨੂੰ ਆਪਸ਼ਨ ਦਿੱਤਾ ਗਈਆਂ ਹਨ। ਉਹਨਾਂ ਵਿੱਚ ਕੁਝ ਗਲਤੀਆਂ ਹਨ ਜਿਨ੍ਹਾਂ ਨੂੰ ਅਸੀਂ ਸਹੀ ਕਰਕੇ ਸਵਾਲ ਬਾਰੇ ਗੱਲਬਾਤ ਕਰਦੇ ਹਾਂ। ਪਹਿਲੀ ਆਪਸ਼ਨ ਵਿੱਚ ਅੰਡਕੋਸ਼ ਦੀ ਥਾਂ ਅੰਡਵਹਿਣੀ ਆਵੇਗੀ। ਬਾਕੀ ਦੀਆਂ ਆਪਸ਼ਨ ਸਹੀ ਹਨ। ਬੱਚੇਦਾਨੀ, ਅੰਡਕੋਸ਼ ਅਤੇ ਯੋਨੀ ਇਹ ਨਵਾਂ ਜੀਵਨ ਬਣਾਉਣ ਲਈ ਇੱਕ ਬਹੁਤ ਮਹੱਤਵਪੂਰਨ ਪ੍ਰਕਿਰਿਆ ਹੈ। ਇਸ ਬਾਰੇ ਗੱਲਬਾਤ ਕਰਦੇ ਹਾਂ। ਇਸ ਦਾ ਜਵਾਬ ਹੈ ਅੰਡਵਹਿਣੀ, ਜਿਸ ਨੂੰ ਫੈਲੋਪੀਅਨ ਟਿਊਬ ਵੀ ਕਿਹਾ ਜਾਂਦਾ ਹੈ। ਇਹ ਉਹ ਥਾਂ ਹੈ ਜਿੱਥੇ ਅੰਡੇ ਅਤੇ ਸ਼ੁਕਰਾਣੂ ਮਿਲਦੇ ਹਨ ਅਤੇ ਗਰਭ ਧਾਰਨ ਹੁੰਦਾ ਹੈ। ਇਹ ਇੱਕ ਟਿਊਬ ਹੈ ਜੋ ਅੰਡਾਸ਼ਯ ਨੂੰ ਬੱਚੇਦਾਨੀ ਨਾਲ ਜੋੜਦੀ ਹੈ ਅਤੇ ਇਹ ਉਹ ਥਾਂ ਹੈ ਜਿੱਥੇ ਅੰਡਾ ਓਵੂਲੇਸ਼ਨ ਦੌਰਾਨ ਅੰਡਾਸ਼ਯ ਤੋਂ ਛੱਡਣ ਤੋਂ ਬਾਅਦ ਯਾਤਰਾ ਕਰਦਾ ਹੈ। ਇੱਕ ਵਾਰ ਜਦੋਂ ਸ਼ੁਕਰਾਣੂ ਅੰਡਵਹਿਣੀ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਇਸ ਨੂੰ ਗਰਭ ਧਾਰਨ ਹੋਣ ਵਿੱਚ ਕੁਝ ਮਿੰਟਾਂ ਤੋਂ ਲੈ ਕੇ ਕਈ ਘੰਟਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਸਮੇਂ ਦੌਰਾਨ ਸ਼ੁਕਰਾਣੂ ਅੰਡੇ ਵੱਲ ਤੈਰਦਾ ਹੈ ਅਤੇ ਇਸ ਦੀ ਸੁਰੱਖਿਆ ਪਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ। ਜੇਕਰ ਸਫਲ ਹੋ ਜਾਂਦਾ ਹੈ ਤਾਂ ਸ਼ੁਕਰਾਣੂ ਅੰਡੇ ਨਾਲ ਫਿਊਜ਼ ਹੋ ਜਾਵੇਗਾ ਅਤੇ ਇੱਕ ਜ਼ਾਈਗੋਟ ਬਣਾ ਦੇਵੇਗਾ, ਜੋ ਫਿਰ ਵੰਡਣਾ ਸ਼ੁਰੂ ਕਰ ਦੇਵੇਗਾ ਅਤੇ ਇੱਕ ਭਰੂਣ ਵਿੱਚ ਵਿਕਸਿਤ ਹੋ ਜਾਵੇਗਾ। 8ਵਾਂ ਬਹੁਵਿਕਲਪੀ ਪ੍ਰਸ਼ਨ, ਔਰਤਾਂ ਵਿੱਚ ਪ੍ਰਜਨਨ ਦੀ ਉਮਰ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਹਨਾਂ ਦੀ ਇਸ ਦੀਆਂ ਆਪਸ਼ਨ ਹਨ। ਮਾਹਵਾਰੀ ਸ਼ੁਰੂ ਹੁੰਦੀ ਹੈ, ਕੱਦ ਵੱਧਦਾ ਹੈ, ਭਾਰ ਵੱਧਦਾ ਹੈ ਅਤੇ ਰਜੋਨਿਵ੍ਰਿਤੀ ਸ਼ੁਰੂ ਹੁੰਦਾ ਹੈ। ਆਓ ਆਪਸ਼ਨ ਬਾਰੇ ਗੱਲਬਾਤ ਕਰਦੇ ਹਾਂ। ਮਾਹਵਾਰੀ ਤੋਂ ਭਾਵ ਮਾਸਿਕ ਚੱਕਰ ਹੈ। ਔਰਤਾਂ ਵਿੱਚ ਇੱਕ ਮਾਹਵਾਰੀ ਤੋਂ ਦੂਸਰੀ ਮਾਹਵਾਰੀ ਦੇ ਵਿਚਕਾਰ ਦੀਆਂ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਦੇ ਸਮੂਹ ਨੂੰ ਮਾਸਿਕ ਚੱਕਰ ਕਿਹਾ ਜਾਂਦਾ ਹੈ। ਔਰਤਾਂ ਵਿੱਚ ਲਿੰਗੀ ਪ੍ਰੌੜਤਾ ਆਉਣ ਤੋਂ ਬਾਅਦ ਅੰਡਕੋਸ਼ ਵਿੱਚੋਂ 28 ਤੋਂ 30 ਦਿਨਾਂ ਦੇ ਸਮੇਂ ਬਾਅਦ ਇੱਕ ਪਰਿਪੱਕ ਅੰਡਾ ਛੱਡਿਆ ਜਾਂਦਾ ਹੈ। ਇਸ ਦੌਰਾਨ ਗਰਭਕੋਸ਼ ਦੀਆਂ ਪੇਸ਼ੀਆਂ ਵਿੱਚ ਰਕਤ ਸੰਚਾਰ ਵੱਧ ਜਾਂਦਾ ਹੈ ਤੇ ਉਹ ਨਿਸ਼ਚਿਤ ਹੋਏ ਅੰਡਜ ਨੂੰ ਗ੍ਰਹਿਣ ਕਰਨ ਲਈ ਤਿਆਰ ਹੋ ਜਾਂਦੀਆਂ ਹਨ। ਜੇਕਰ ਗਰਭਕੋਸ਼ ਵਿੱਚ ਨਿਸ਼ਚਿਤ ਅੰਡਜ ਨਹੀਂ ਪਹੁੰਚਦਾ ਤਾਂ ਇਸ ਦੀਆਂ ਵਿਕਸਿਤ ਹੋਈਆਂ ਪੇਸ਼ੀਆਂ ਰਕਤ ਸੰਚਾਰ ਸਮੇਤ ਵਹਿ ਜਾਂਦੀਆਂ ਹਨ। ਇਸ ਨੂੰ ਮਾਸਿਕ ਚੱਕਰ ਆਖਦੇ ਹਨ। ਇਹ 28 ਤੋਂ 30 ਦਿਨਾਂ ਵਿੱਚ ਇੱਕ ਵਾਰ ਹੁੰਦਾ ਹੈ। ਇਸ ਦੇ ਸ਼ੁਰੂ ਦਾ ਭਾਵ ਹੈ ਕਿ ਔਰਤ ਦਾ ਸਰੀਰ ਬੱਚੇ ਪੈਦਾ ਕਰਨ ਲਈ ਤਿਆਰ ਹੈ। ਇਹੀ ਇਸ ਪ੍ਰਸ਼ਨ ਦਾ ਉੱਤਰ ਆਵੇਗਾ, ਕਿਉਂਕਿ ਬਾਕੀ ਸਾਰੀਆਂ ਆਪਸ਼ਨ ਜਿਵੇਂ ਕਿ ਕੱਦ ਵਧਣ ਜਾਂ ਭਾਰ ਵਧਣ ਦਾ ਪ੍ਰਜਨਨ ਪ੍ਰਣਾਲੀ ਨਾਲ ਕੋਈ ਵੀ ਸਬੰਧ ਨਹੀਂ ਹੁੰਦਾ ਅਤੇ ਰਜੋਨਿਵ੍ਰਿਤੀ ਸਾਨੂੰ ਉਹ ਉਮਰ ਬਾਰੇ ਦੱਸਦੀ ਹੈ ਜਿਸ ਵਿੱਚ ਔਰਤਾਂ ਦੀ ਅੰਡੇ ਪੈਦਾ ਕਰਨ ਦੀ ਸਮਤਾ ਖਤਮ ਹੋ ਜਾਂਦੀ ਹੈ। ਭਾਵ ਇਹ ਉਹ ਉਮਰ ਬਾਰੇ ਗੱਲਬਾਤ ਕਰਦੀ ਹੈ ਜਿਸ ਵਿੱਚ ਮਾਸਿਕ ਚੱਕਰ ਰੁਕ ਜਾਂਦਾ ਹੈ। 9ਵਾਂ ਬਹੁਵਿਕਲਪੀ ਪ੍ਰਸ਼ਨ, ਕਿਸ ਕਿਸਮ ਦੀ ਰਗੜ ਸਭ ਤੋਂ ਵੱਧ ਹੁੰਦੀ ਹੈ? ਇਸ ਦੀਆਂ ਆਪਸ਼ਨ ਹਨ ਸਰਕਨਸ਼ੀਲ ਰਗੜ, ਵੇਲਣੀ ਰਗੜ, ਸਥਿਤਿਜ ਰਗੜ ਅਤੇ ਇਹਨਾਂ ਵਿੱਚੋਂ ਕੋਈ ਨਹੀਂ। ਅਸੀਂ ਜਾਣਦੇ ਹਾਂ ਕਿ ਠੋਸ ਰਗੜ 3 ਤਰ੍ਹਾਂ ਦੀਆਂ ਹੁੰਦੀਆਂ ਹਨ। ਇਹਨਾਂ ਤਿੰਨਾਂ ਬਾਰੇ ਗੱਲਬਾਤ ਕਰਦੇ ਹਾਂ। ਸਥਿਤਿਕ ਰਗੜ, ਇਹ ਰਗੜ ਉਦੋਂ ਕਾਰਜ ਭਾਵ ਕੰਮ ਕਰਨਾ ਸ਼ੁਰੂ ਕਰਦੀ ਹੈ ਜਦੋਂ ਅਸੀਂ ਕਿਸੇ ਵਸਤੂ ਨੂੰ ਉਸਦੀ ਵਿਰਾਮ ਭਾਵ ਰੈਸਟ ਦੀ ਸਥਿਤੀ ਤੋਂ ਗਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਰਗੜ ਸਭ ਤੋਂ ਜ਼ਿਆਦਾ ਹੁੰਦੀ ਹੈ। ਸਰਕਨਸ਼ੀਲ ਰਗੜ ਉਦੋਂ ਕਾਰਜ ਭਾਵ ਕੰਮ ਕਰਨਾ ਸ਼ੁਰੂ ਕਰਦੀ ਹੈ ਜਦੋਂ ਕੋਈ ਵਸਤੂ ਕਿਸੇ ਹੋਰ ਵਸਤੂ ਉੱਤੇ ਸਰਕਦੀ ਜਾਂ ਕੱਸਦੀ ਹੈ। ਇਹ ਸਥਿਤਿਕ ਰਗੜ ਤੋਂ ਘੱਟ ਹੁੰਦੀ ਹੈ। ਵੇਲਣੀ ਰਗੜ, ਅਸੀਂ ਸਰਕਨਸ਼ੀਲ ਰਗੜ ਨੂੰ ਘੱਟ ਕਰਨ ਲਈ ਸਾਰੀਆਂ ਵਸਤੂਆਂ ਦੇ ਆਕਾਰ ਨੂੰ ਗੋਲ ਕਰਦੇ ਹਾਂ। ਪਰ ਜਦੋਂ ਗੋਲ ਆਕਾਰ ਦੀ ਵਸਤੂ ਕਿਸੇ ਵੀ ਸਤਹ ਉੱਤੇ ਤੁਰਦੀ ਹੈ ਤਾਂ ਕੁਝ ਰਗੜ ਪੈਦਾ ਹੁੰਦੀ ਹੈ। ਇਸ ਰਗੜ ਨੂੰ ਵੇਲਣੀ ਰਗੜ ਕਿਹਾ ਜਾਂਦਾ ਹੈ। ਇਹ ਇਹਨਾਂ ਸਭ ਤੋਂ ਘੱਟ ਹੁੰਦੀ ਹੈ। ਸਾਰੀਆਂ ਰਗੜ ਦੀਆਂ ਕਿਸਮਾਂ ਬਾਰੇ ਗੱਲਬਾਤ ਕਰਨ ਤੇ ਪਤਾ ਲੱਗਦਾ ਹੈ ਕਿ ਇਸ ਸਵਾਲ ਦਾ ਜਵਾਬ ਸਥਿਤਿਕ ਰਗੜ ਆਵੇਗਾ। 10ਵਾਂ ਬਹੁਵਿਕਲਪੀ ਪ੍ਰਸ਼ਨ, ਇਹ ਆਕਾਰ ਜਲੀ ਜਾਨਵਰਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਮਦਦ ਕਰਦਾ ਹੈ। ਇਸ ਦੀਆਂ ਆਪਸ਼ਨ ਹਨ ਚਪਟਾ ਸਰੀਰ, ਸਟ੍ਰੀਮਲਾਈਨ ਸਰੀਰ, ਚੌੜਾ ਸਰੀਰ ਅਤੇ ਖੁਰਦਰਾ ਸਰੀਰ। ਅਸੀਂ ਉਸ ਆਕਾਰ ਬਾਰੇ ਗੱਲ ਕਰ ਰਹੇ ਹਾਂ ਜੋ ਜਲ ਜੀਵਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਮਦਦ ਕਰਦਾ ਹੈ। ਇਸ ਦਾ ਜਵਾਬ ਆਵੇਗਾ ਸਟ੍ਰੀਮਲਾਈਨ ਸਰੀਰ, ਕਿਉਂਕਿ ਸਟ੍ਰੀਮਲਾਈਨ ਸਰੀਰ ਉਹ ਹੁੰਦਾ ਹੈ ਜੋ ਇੱਕ ਨਿਰਵਿਘਨ ਅਤੇ ਗੋਲ ਆਕਾਰ ਦੇ ਨਾਲ ਦੋਵਾਂ ਸਿਰਿਆਂ ਤੇ ਟੇਪਰਡ ਹੁੰਦਾ ਹੈ।
ਇਹ ਆਕਾਰ ਡਰੈਗ ਰਗੜ ਜਾਂ ਦਰਵ ਰਗੜ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ ਕਿਉਂਕਿ ਜਾਨਵਰ ਪਾਣੀ ਵਿੱਚੋਂ ਲੰਘਦਾ ਹੈ। ਡੌਲਫਿਨ, ਸ਼ਾਰਕ ਅਤੇ ਇੱਥੋਂ ਤੱਕ ਕਿ ਮੱਛੀਆਂ ਵਰਗੇ ਜਲ ਜੰਤੂ ਵੀ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਤੈਰਾਕੀ ਕਰਨ ਵਿੱਚ ਮਦਦ ਕਰਨ ਲਈ ਇਸ ਆਕਾਰ ਲਈ ਵਿਕਸਿਤ ਹੋਏ ਹਨ। ਜਦੋਂ ਕਿ ਚਪਟਾ ਬਾਡੀ ਜਾਨਵਰ ਦੀ ਗਤੀ ਨੂੰ ਡਰੈਗ ਰਗੜ ਹੌਲੀ ਕਰੇਗੀ ਅਤੇ ਇੱਕ ਚੌੜਾ ਸਰੀਰ ਵੀ ਵਧੇਰੇ ਵਿਰੋਧ ਕਰਦਾ ਹੈ ਗਤੀ ਦਾ ਅਤੇ ਦਰਵ ਰਗੜ ਪੈਦਾ ਕਰੇਗਾ ਅਤੇ ਪਾਣੀ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਔਖਾ ਬਣਾ ਦੇਵੇਗਾ। 11ਵਾਂ ਬਹੁ-ਵਿਕਲਪੀ ਪ੍ਰਸ਼ਨ, ਭੂਚਾਲ ਦੀ ਤੀਬਰਤਾ ਡੈਸ਼ ਦੁਆਰਾ ਮਾਪੀ ਜਾਂਦੀ ਹੈ। ਇਸ ਦੀਆਂ ਆਪਸ਼ਨ ਹਨ ਬੈਰੋਮੀਟਰ, ਐਨੀਮੋਮੀਟਰ, ਸੀਸਮੋਗ੍ਰਾਫ ਅਤੇ ਲੈਕਟੋਮੀਟਰ। ਭੂਚਾਲ ਤਰੰਗਾਂ ਜਾਂ ਸੀਜ਼ਮਿਕ ਤਰੰਗਾਂ ਨੂੰ ਸੀਜ਼ਮੋਗ੍ਰਾਫ ਯੰਤਰ ਨਾਲ ਰਿਕਾਰਡ ਕੀਤਾ ਜਾਂਦਾ ਹੈ। ਇਸ ਯੰਤਰ ਵਿੱਚ ਇੱਕ ਕੰਪਨ ਕਰਦੀ ਛੜ ਹੁੰਦੀ ਹੈ ਜਿਸ ਦੇ ਅੱਗੇ ਇੱਕ ਪੈਨ ਜਾਂ ਪੈਨਸਿਲ ਲੱਗੀ ਹੁੰਦੀ ਹੈ। ਇਹ ਪੈਨ ਭੂਚਾਲ ਦੇ ਝਟਕਿਆਂ ਦੌਰਾਨ ਰੋਲਰ ਉੱਤੇ ਲਪੇਟੇ ਇੱਕ ਗ੍ਰਾਫ ਪੇਪਰ ਉੱਤੇ ਨਿਸ਼ਾਨ ਛੱਡਦਾ ਰਹਿੰਦਾ ਹੈ। ਇਸ ਤਰ੍ਹਾਂ ਭੂਚਾਲ ਤਰੰਗਾਂ ਦਾ ਰਿਕਾਰਡ ਗ੍ਰਾਫ ਪੇਪਰ ਤੇ ਆ ਜਾਂਦਾ ਹੈ। ਇਸ ਸਵਾਲ ਦਾ ਜਵਾਬ ਸੀਸਮੋਗ੍ਰਾਫ ਆਵੇਗਾ। 12ਵਾਂ ਬਹੁ-ਵਿਕਲਪੀ ਪ੍ਰਸ਼ਨ, ਇਹ ਬਿਜਲੀ ਦਾ ਵਧੀਆ ਚਾਲਕ ਹੈ। ਇਸ ਦੀਆਂ ਆਪਸ਼ਨ ਹਨ ਬੇਕੇਲਾਈਟ, ਰਬੜ, PVC ਅਤੇ ਗ੍ਰੇਫਾਈਟ। ਇਹਨਾਂ ਸਾਰੀਆਂ ਆਪਸ਼ਨ ਵਿੱਚੋਂ ਗ੍ਰੇਫਾਈਟ ਬਿਜਲੀ ਤਾਰਾਂ ਦਾ ਵਧੀਆ ਚਾਲਕ ਹੈ। ਇਹ ਕਾਰਬਨ ਦਾ ਸ਼ੁੱਧ ਰੂਪ ਹੁੰਦਾ ਹੈ। 13ਵਾਂ ਬਹੁ-ਵਿਕਲਪੀ ਪ੍ਰਸ਼ਨ, ਧੁਨੀ ਵਿੱਚੋਂ ਸੰਚਾਰ ਕਰ ਸਕਦੀ ਹੈ। ਇਸ ਦੀਆਂ ਆਪਸ਼ਨ ਹਨ ਸਿਰਫ ਗੈਸਾਂ, ਸਿਰਫ ਤਰਲ, ਸਿਰਫ ਠੋਸ ਅਤੇ ਠੋਸ, ਤਰਲ ਅਤੇ ਗੈਸਾਂ। ਸਾਰੇ ਅਸੀਂ ਜਾਣਦੇ ਹਾਂ ਕਿ ਧੁਨੀ ਨੂੰ ਸੰਚਾਰ ਕਰਨ ਲਈ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ। ਧੁਨੀ ਠੋਸ, ਤਰਲ ਅਤੇ ਗੈਸਾਂ ਸਾਰੇ ਤਰ੍ਹਾਂ ਦੇ ਪਦਾਰਥਾਂ ਵਿੱਚੋਂ ਦੀ ਲੰਘ ਜਾਂਦਾ ਹੈ। ਇਸ ਦੀ ਗਤੀ ਇਹਨਾਂ ਪਦਾਰਥਾਂ ਵਿੱਚ ਮੌਜੂਦ ਕਣਾਂ ਉੱਤੇ ਨਿਰਭਰ ਕਰਦੀ ਹੈ। ਬਿਨਾਂ ਮਾਧਿਅਮ ਧੁਨੀ ਸੰਚਾਰ ਨਹੀਂ ਕਰ ਸਕਦੀ। ਇਸ ਲਈ ਇਸ ਸਵਾਲ ਦਾ ਉੱਤਰ ਠੋਸ, ਤਰਲ ਅਤੇ ਗੈਸਾਂ ਸਾਰੇ ਆਵੇਗਾ। 14ਵਾਂ ਬਹੁ-ਵਿਕਲਪੀ ਪ੍ਰਸ਼ਨ, ਇੱਕ ਸਾਧਾਰਨ ਮਨੁੱਖੀ ਅੱਖ ਲਈ ਸਪਸ਼ਟ ਦ੍ਰਿਸ਼ਟੀ ਦੀ ਸਭ ਤੋਂ ਘੱਟ ਦੂਰੀ ਹੈ। ਇਸ ਦੀਆਂ ਆਪਸ਼ਨ ਹਨ ਅਨੰਤ ਤੇ 50 ਮੀਟਰ, 25 ਸੈਂਟੀਮੀਟਰ ਅਤੇ 5 ਸੈਂਟੀਮੀਟਰ। ਮਨੁੱਖੀ ਅੱਖ ਦੀ ਸਪਸ਼ਟ ਦ੍ਰਿਸ਼ਟੀ ਦੀ ਸਭ ਤੋਂ ਘੱਟ ਦੂਰੀ 25 ਸੈਂਟੀਮੀਟਰ ਹੋਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਜ਼ਿਆਦਾ ਨੇੜੇ ਵਸਤੂ ਹੋਣ ਨਾਲ ਅੱਖਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਇਸ ਸਵਾਲ ਦਾ ਜਵਾਬ 25 ਸੈਂਟੀਮੀਟਰ ਆਵੇਗਾ। 15ਵਾਂ ਬਹੁ-ਵਿਕਲਪੀ ਪ੍ਰਸ਼ਨ, ਇਹ ਵੱਖ-ਵੱਖ ਸੁੰਦਰ ਪੈਟਰਨਾਂ ਨੂੰ ਦੇਖਣ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਆਪਸ਼ਨ ਹਨ ਸੋਲਰ ਫਿਲਟਰ, ਸ਼ੀਸ਼ਾ, ਟੈਲੀਸਕੋਪ ਅਤੇ ਕਲਾਈਡੋਸਕੋਪ। ਕਲਾਈਡੋਸਕੋਪ ਇੱਕ ਅਜਿਹਾ ਪ੍ਰਕਾਸ਼ੀ ਯੰਤਰ ਹੈ ਜਿਹੜਾ ਪ੍ਰਕਾਸ਼ ਦੇ ਬਹੁ-ਪਰਾਵਰਤਨ ਦਾ ਉਪਯੋਗ ਕਰਕੇ ਸਾਨੂੰ ਰੰਗਾਂ ਦੇ ਸੁੰਦਰ ਪੈਟਰਨ ਦਿਖਾਉਂਦਾ ਹੈ। ਇਸ ਵਿੱਚ ਸਮਤਲ ਦਰਪਣ ਦੇ 3 ਆਇਤਾਕਾਰ ਟੁਕੜੇ ਹੁੰਦੇ ਹਨ। ਇਹ ਦਰਪਣ ਪ੍ਰਿਜ਼ਮ ਦੀ ਸ਼ਕਲ ਵਿੱਚ ਜੁੜੇ ਹੁੰਦੇ ਹਨ ਅਤੇ ਵੱਖ-ਵੱਖ ਵਿਆਸ ਦੀਆਂ ਟਿਊਬਾਂ ਵਿੱਚ ਰੱਖੇ ਜਾਂਦੇ ਹਨ। ਇਸ ਪ੍ਰਿਜ਼ਮ ਦੇ ਇੱਕ ਸਿਰੇ ਤੇ ਰੰਗਦਾਰ ਕੱਚ ਦੇ ਕੁਝ ਟੁਕੜੇ ਰੱਖੇ ਜਾਂਦੇ ਹਨ। ਦੂਜੇ ਪਾਸੇ ਛੋਟੇ ਮੋਰੀ ਰਾਹੀਂ ਅਸੀਂ ਟਿਊਬ ਵਿੱਚ ਰੰਗਾਂ ਦੇ ਕਈ ਤਰ੍ਹਾਂ ਦੇ ਪੈਟਰਨ ਦੇਖ ਸਕਦੇ ਹਾਂ। ਕੈਲੀਡੋਸਕੋਪ ਦੀ ਇੱਕ ਦਿਲਚਸਪ ਵਿਸ਼ੇਸ਼ਤਾ ਇਹ ਹੈ ਕਿ ਅਸੀਂ ਦੁਬਾਰਾ ਉਹੀ ਪੈਟਰਨ ਕਦੇ ਨਹੀਂ ਦੇਖਦੇ ਹਾਂ। ਪੇਪਰ ਅਤੇ ਕੱਪੜੇ ਡਿਜ਼ਾਈਨ ਕਰਨ ਵਾਲੇ ਕਲਾਕਾਰ ਕਲਾਈਡੋਸਕੋਪ ਦੀ ਵਰਤੋਂ ਨਵੇਂ ਪੈਟਰਨ ਦੀ ਸਿਰਜਣਾ ਕਰਨ ਲਈ ਕਰਦੇ ਹਨ। ਇਸ ਤਰ੍ਹਾਂ ਇਸ ਸਵਾਲ ਦਾ ਜਵਾਬ ਕਲਾਈਡੋਸਕੋਪ ਆਵੇਗਾ। ਅਸੀਂ ਪਰੀ-ਬੋਰਡ ਪੇਪਰ ਦੇ 15 ਬਹੁ-ਵਿਕਲਪੀ ਪ੍ਰਸ਼ਨਾਂ ਬਾਰੇ ਗੱਲਬਾਤ ਕੀਤੀ ਹੈ। ਹੁਣ ਅਸੀਂ ਪੇਪਰ ਵਿੱਚ ਆਈਆਂ 10 ਖਾਲੀ ਥਾਵਾਂ ਬਾਰੇ ਗੱਲਬਾਤ ਕਰਾਂਗੇ। ਪਹਿਲੀ ਖਾਲੀ ਥਾਂ ਕੋਲਾ ਅਤੇ ਪੈਟਰੋਲੀਅਮ ਗੈਸ ਬਾਲਣ ਹਨ। ਕੋਲਾ ਸਾਨੂੰ ਧਰਤੀ ਦੀ ਪੇਪੜੀ ਅਤੇ ਪੈਟਰੋਲੀਅਮ ਸਮੁੰਦਰ ਵਿੱਚੋਂ ਮਿਲਦਾ ਹੈ ਜੋ ਕਿ ਕਰੋੜਾਂ ਸਾਲਾਂ ਵਿੱਚ ਮਰੇ ਹੋਏ ਜੀਵਾਂ ਜਾਂ ਰੁੱਖਾਂ ਦੇ ਹਿੱਸਿਆਂ ਦਾ ਕਾਰਬਨੀਕਰਨ ਹੋਣ ਨਾਲ ਤਿਆਰ ਹੁੰਦਾ ਹੈ ਜਿਸ ਨੂੰ ਅਸੀਂ ਪਥਰਾਟ ਬਾਲਣ ਕਹਿੰਦੇ ਹਾਂ। ਇਸ ਲਈ ਇਸ ਖਾਲੀ ਥਾਂ ਦਾ ਉੱਤਰ ਪਥਰਾਟ ਬਾਲਣ ਆਵੇਗਾ। ਦੂਜੀ ਖਾਲੀ ਥਾਂ ਡੈਸ਼ ਉਹ ਸੂਖਮ ਜੀਵ ਹੈ ਜੋ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ। ਸਾਡੀ ਸਿਹਤ ਲਈ ਸਾਨੂੰ ਦਹੀਂ ਖਾਣਾ ਚਾਹੀਦਾ ਹੈ ਜਿਸ ਨੂੰ ਅਸੀਂ ਦੁੱਧ ਤੋਂ ਬਣਾਉਂਦੇ ਹਾਂ। ਦੁੱਧ ਨੂੰ ਦਹੀਂ ਬਣਾਉਣ ਵਿੱਚ ਲੈਕਟੋਬੈਸਿਲਸ ਨਾਂ ਦੇ ਜੀਵਾਣੂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਖਾਲੀ ਥਾਂ ਦਾ ਉੱਤਰ ਲੈਕਟੋਬੈਸਿਲਸ ਆਵੇਗਾ। ਤੀਜੀ ਖਾਲੀ ਥਾਂ ਸਰਦੀਆਂ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਨੂੰ ਡੈਸ਼ ਫਸਲਾਂ ਕਿਹਾ ਜਾਂਦਾ ਹੈ।
ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਅਸੀਂ ਰਬੀ ਫਸਲਾਂ ਜਾਂ ਹਾੜੀ ਦੀਆਂ ਫਸਲਾਂ ਕਹਿੰਦੇ ਹਾਂ। ਇਹਨਾਂ ਦੀ ਬਿਜਾਈ ਅਕਤੂਬਰ-ਨਵੰਬਰ ਵਿੱਚ ਕੀਤੀ ਜਾਂਦੀ ਹੈ ਅਤੇ ਫਸਲ ਪੱਕਣ ਤੇ ਕਟਾਈ ਅਪ੍ਰੈਲ-ਮਈ ਵਿੱਚ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਸ ਖਾਲੀ ਥਾਂ ਦਾ ਉੱਤਰ ਰਬੀ ਫਸਲਾਂ ਜਾਂ ਹਾੜੀ ਦੀਆਂ ਫਸਲਾਂ ਆਵੇਗਾ। ਚੌਥੀ ਖਾਲੀ ਥਾਂ ਡੈਸ ਦਾ ਪਹਿਲਾ ਹਫ਼ਤਾ ਜੰਗਲੀ ਜੀਵ ਸੁਰੱਖਿਆ ਹਫ਼ਤੇ ਵਜੋਂ ਮਨਾਇਆ ਜਾਂਦਾ ਹੈ। ਜੰਗਲੀ ਜੀਵਾਂ ਦੀ ਹੋਂਦ ਨੂੰ ਬਚਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ, ਜਿਸ ਤਹਿਤ ਅਕਤੂਬਰ ਮਹੀਨੇ ਦਾ ਪਹਿਲਾ ਹਫ਼ਤਾ ਜੰਗਲੀ ਜੀਵ ਸੁਰੱਖਿਆ ਹਫ਼ਤਾ ਵਜੋਂ ਮਨਾਇਆ ਜਾਂਦਾ ਹੈ। ਪੰਜਵੀਂ ਖਾਲੀ ਥਾਂ ਡੈਸ ਪ੍ਰਜਨਨ ਦੌਰਾਨ ਯੁਗਮਕਾਂ ਦਾ ਮੇਲ ਨਹੀਂ ਹੁੰਦਾ। ਅਲਿੰਗੀ ਪ੍ਰਜਨਨ ਪ੍ਰਣਾਲੀ ਵਿੱਚ ਯੁਗਮਕਾਂ ਦਾ ਮੇਲ ਨਹੀਂ ਹੁੰਦਾ ਕਿਉਂਕਿ ਇਸ ਪ੍ਰਕਿਰਿਆ ਵਿੱਚ ਨਰ ਯੁਗਮਕ ਅਤੇ ਮਾਦਾ ਯੁਗਮਕ ਲਈ ਰੋਲ ਇੱਕ ਜੀਵ ਹੀ ਹੁੰਦਾ ਹੈ। ਇਸ ਖਾਲੀ ਥਾਂ ਦਾ ਉੱਤਰ ਅਲਿੰਗੀ ਪ੍ਰਜਨਨ ਆਵੇਗਾ। ਛੇਵੀਂ ਖਾਲੀ ਥਾਂ ਡੈਸ ਦੇ ਲਿੰਗੀ ਗੁਣਸੂਤਰ ਅਣਜੰਮੇ ਬੱਚੇ ਦਾ ਲਿੰਗ ਨਿਰਧਾਰਤ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਨਰ ਵਿੱਚ ਦੋ ਅਲੱਗ-ਅਲੱਗ ਗੁਣਸੂਤਰ ਹੁੰਦੇ ਹਨ, ਇੱਕ ਐਕਸ ਅਤੇ ਇੱਕ ਵਾਈ। ਮਾਦਾ ਵਿੱਚ ਇੱਕ ਹੀ ਗੁਣਸੂਤਰ ਹੁੰਦਾ ਹੈ, ਐਕਸ। ਜਦੋਂ ਸੰਭੋਗ ਕਰਨ ਉਪਰੰਤ ਗਰਭ ਅਵਸਥਾ ਆਉਂਦੀ ਹੈ ਤਾਂ ਬੱਚੇ ਮੁੰਡਾ ਜਾਂ ਕੁੜੀ ਹੋਵੇਗਾ। ਇਹ ਨਰ ਭਾਵ ਪਿਤਾ ਦੇ ਗੁਣਸੂਤਰ ਉੱਤੇ ਨਿਰਭਰ ਕਰਦਾ ਹੈ ਕਿ ਜੇਕਰ ਨਰ ਦਾ ਐਕਸ ਅਤੇ ਮਾਤਾ ਦਾ ਐਕਸ ਜੁੜ ਗਏ ਤਾਂ ਕੁੜੀ ਹੋਵੇਗੀ। ਜੇਕਰ ਨਰ ਦਾ ਵਾਈ ਅਤੇ ਮਾਦਾ ਦਾ ਐਕਸ ਜੁੜ ਗਏ ਤਾਂ ਮੁੰਡਾ ਹੋਵੇਗਾ। ਇਸ ਤਰ੍ਹਾਂ ਸਾਰਾ ਲਿੰਗ ਨਿਰਧਾਰਨ ਮੁੰਡੇ ਉੱਤੇ ਹੀ ਨਿਰਭਰ ਕਰਦਾ ਹੈ। ਇਸ ਤਰ੍ਹਾਂ ਇਸ ਖਾਲੀ ਥਾਂ ਦਾ ਉੱਤਰ ਪਿਤਾ ਜਾਂ ਨਰ ਆਵੇਗਾ। ਸੱਤਵੀਂ ਖਾਲੀ ਥਾਂ ਗੁਰੂਤਾਕਰਸ਼ਣ ਬਲ ਇੱਕ ਡੈਸ ਬਲ ਹੈ। ਬ੍ਰਹਿਮੰਡ ਵਿੱਚ ਪੁੰਜ ਰੱਖਣ ਵਾਲੀ ਹਰ ਕੋਈ ਵਸਤੂ ਦੂਜੀ ਪੁੰਜ ਵਾਲੀ ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇਸ ਬਲ ਨੂੰ ਗੁਰੂਤਾਕਰਸ਼ਣ ਬਲ ਕਹਿੰਦੇ ਹਨ। ਇਹ ਇੱਕ ਗੈਰ ਸੰਪਰਕ ਬਲ ਹੈ, ਭਾਵ ਇਸ ਬਲ ਨੂੰ ਲੱਗਣ ਲਈ ਵਸਤੂਆਂ ਨੂੰ ਇੱਕ ਦੂਜੇ ਨਾਲ ਜੁੜਨਾ ਨਹੀਂ ਹੋਣਾ ਜ਼ਰੂਰੀ। ਇਸ ਬਲ ਕਰਕੇ ਅਸੀਂ ਛਾਲ ਮਾਰਨ ਤੋਂ ਬਾਅਦ ਵਾਪਸ ਮਿੱਟੀ ਵੱਲ ਆਉਂਦੇ ਹਾਂ। ਇਸ ਤਰ੍ਹਾਂ ਇਸ ਖਾਲੀ ਥਾਂ ਦਾ ਉੱਤਰ ਗੈਰ ਸੰਪਰਕ ਆਵੇਗਾ। ਅੱਠਵੀਂ ਖਾਲੀ ਥਾਂ ਇੱਕ ਚੁੰਬਕ ਦਾ ਦੱਖਣੀ ਸਿਰਾ ਦੂਜੀ ਚੁੰਬਕ ਦੇ ਉੱਤਰੀ ਸਿਰੇ ਨੂੰ ਡੈਸ ਕਰਦਾ ਹੈ। ਚੁੰਬਕ ਦੇ ਦੋ ਸਿਰਾ ਜਾਂ ਧਰੁਵ ਹੁੰਦੇ ਹਨ, ਇੱਕ ਉੱਤਰੀ ਧਰੁਵ ਅਤੇ ਦੂਜਾ ਦੱਖਣ ਧਰੁਵ। ਜਦੋਂ ਅਸੀਂ ਚੁੰਬਕ ਦੇ ਇੱਕ ਸਮਾਨ ਧਰੁਵ ਇੱਕ ਦੂਜੇ ਦੇ ਕੋਲ ਲੈ ਕੇ ਜਾਂਦੇ ਹਾਂ ਤਾਂ ਉਹ ਇੱਕ ਦੂਜੇ ਨੂੰ ਧੱਕਾ ਮਾਰਦੇ ਹਨ, ਪਰ ਜਦੋਂ ਵੱਖਰੇ-ਵੱਖਰੇ ਧਰੁਵ ਕੋਲ ਲੈ ਕੇ ਜਾਂਦੇ ਹਾਂ ਤਾਂ ਉਹ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ। ਇਸ ਤਰ੍ਹਾਂ ਇਸ ਖਾਲੀ ਥਾਂ ਦਾ ਉੱਤਰ ਆਕਰਸ਼ਿਤ ਆਵੇਗਾ। ਨੌਵੀਂ ਖਾਲੀ ਥਾਂ ਦਰਵਾਂ ਦੁਆਰਾ ਲਗਾਏ ਗਏ ਰਗੜ ਬਲ ਨੂੰ ਡੈਸ ਕਿਹਾ ਜਾਂਦਾ ਹੈ। ਤਰਲਾਂ ਦੁਆਰਾ ਲਾਏ ਗਏ ਰਗੜ ਬਲ ਨੂੰ ਦਰਵ ਰਗੜ ਜਾਂ ਡਰੈਗ ਵੀ ਕਹਿੰਦੇ ਹਨ। 10ਵੀਂ ਖਾਲੀ ਥਾਂ ਮਨੁੱਖੀ ਅੱਖ ਵਿੱਚ ਪ੍ਰਤੀਬਿੰਬ ਡੈਸ ਤੇ ਬਣਦਾ ਹੈ। ਮਨੁੱਖੀ ਅੱਖ ਸਾਨੂੰ ਦੇਖਣ ਵਿੱਚ ਮਦਦ ਕਰਦੀਆਂ ਹਨ। ਅੱਖ ਵਿੱਚ ਪੁਤਲੀ ਵਿੱਚੋਂ ਦੀ ਲੰਘ ਕੇ ਲੈਂਜ਼ ਵਿੱਚ ਪਰਿਵਰਤਿਤ ਹੋਣ ਤੋਂ ਬਾਅਦ ਫੋਕਸ ਜਾਂ ਪ੍ਰਤੀਬਿੰਬ ਰੈਟੀਨਾ ਉੱਤੇ ਬਣਦਾ ਹੈ। ਇਸ ਲਈ ਇਸ ਖਾਲੀ ਥਾਂ ਦਾ ਉੱਤਰ ਮਨੁੱਖੀ ਅੱਖ ਵਿੱਚ ਪ੍ਰਤੀਬਿੰਬ ਰੈਟੀਨਾ ਉੱਤੇ ਬਣਦਾ ਹੈ ਆਵੇਗਾ। ਹੁਣ ਅਸੀਂ ਪੇਪਰ ਵਿੱਚ ਆਏ ਸਹੀ ਗਲਤ ਬਾਰੇ ਗੱਲਬਾਤ ਕਰਾਂਗੇ। ਪਹਿਲਾ ਸਹੀ ਗਲਤ ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਹਾਰਮੋਨਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ। ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਹਾਰਮੋਨ ਦਾ ਯੋਗਦਾਨ ਬਹੁਤ ਘੱਟ ਹੈ। ਜੀਵਾਂ ਦੇ ਸਰੀਰ ਵਿੱਚ ਵਿਕਾਸ ਕਾਰਜਾਂ ਅਤੇ ਬਾਕੀ ਸਰੀਰਕ ਪ੍ਰਕਿਰਿਆ ਲਈ ਹਾਰਮੋਨ ਪੈਦਾ ਹੁੰਦੇ ਰਹਿੰਦੇ ਹਨ। ਇਹਨਾਂ ਹਾਰਮੋਨ ਤੋਂ ਬਿਨਾਂ ਸਰੀਰਕ ਵਾਧਾ ਅਤੇ ਕਿਰਿਆਵਾਂ ਘੱਟ ਹੀ ਸੰਭਵ ਹਨ। ਇਸ ਲਈ ਸਰੀਰ ਦੇ ਵਾਧੇ ਅਤੇ ਵਿਕਾਸ ਵਿੱਚ ਹਾਰਮੋਨ ਦਾ ਯੋਗਦਾਨ ਬਹੁਤ ਘੱਟ ਹੈ। ਇਹ ਕਥਨ ਗਲਤ ਹੈ। ਦੂਜਾ ਸਹੀ ਗਲਤ ਕੋਲਾ ਅਤੇ ਪੈਟਰੋਲੀਅਮ ਊਰਜਾ ਦੇ ਅਮੁੱਕ ਕੁਦਰਤੀ ਸਰੋਤ ਹਨ। ਪਥਰਾਟ ਬਾਲਣ ਵਿੱਚ ਕੋਲਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਹੁੰਦੀ ਹੈ ਜੋ ਕਰੋੜਾਂ ਸਾਲਾਂ ਬਾਅਦ ਪੌਦਿਆਂ ਅਤੇ ਜੰਤੂਆਂ ਦੇ ਸਰੀਰ ਦੇ ਕਾਰਬਨੀਕਰਨ ਤੋਂ ਬਾਅਦ ਪ੍ਰਾਪਤ ਹੁੰਦੇ ਹਨ। ਜੇਕਰ ਇੱਕ ਵਾਰ ਸਮਾਪਤ ਹੋ ਗਏ ਤਾਂ ਸਾਨੂੰ ਕਰੋੜਾਂ ਸਾਲਾਂ ਬਾਅਦ ਮਿਲਣਗੇ, ਇਸ ਲਈ ਅਸੀਂ ਇਹਨਾਂ ਨੂੰ ਪ੍ਰਯੋਗਸ਼ਾਲਾ ਵਿੱਚ ਨਹੀਂ ਬਣਾ ਸਕਦੇ। ਇਹ ਸੀਮਤ ਸਾਧਨ ਹਨ, ਇਸ ਲਈ ਕੋਲਾ ਅਤੇ ਪੈਟਰੋਲੀਅਮ ਅਸੀਮਤ ਕੁਦਰਤੀ ਸਾਧਨ ਹਨ। ਇਹ ਕਥਨ ਗਲਤ ਹੈ। ਤੀਜਾ ਸਹੀ ਗਲਤ ਐਂਟਨ ਵੈਨ ਲੀਵਨਹੈਕ ਇੱਕ ਸੈੱਲ ਵਾਲੇ ਜੀਵਾਂ ਦਾ ਨਿਰੀਖਣ ਅਤੇ ਵਰਣਨ ਕਰਨ ਵਾਲਾ ਪਹਿਲਾ ਵਿਅਕਤੀ ਸੀ। ਐਂਟਨ ਵੈਨ ਲੀਵਨਹੈਕ ਡੱਚ ਵਿਗਿਆਨ ਅਤੇ ਤਕਨਾਲੋਜੀ ਦੇ ਸੁਨਹਿਰੀ ਯੁੱਗ ਵਿੱਚ ਇੱਕ ਡੱਚ ਮਾਈਕਰੋਬਾਇਓਲੋਜਿਸਟ ਅਤੇ ਮਾਈਕਰੋਸਕੋਪਿਸਟ ਸੀ। ਵਿਗਿਆਨ ਵਿੱਚ ਇੱਕ ਵੱਡੇ ਪੱਧਰ ਤੇ ਸਵੈ ਸਿੱਖਿਅਤ ਵਿਅਕਤੀ। ਉਸਨੂੰ ਆਮ ਤੌਰ ਤੇ ਮਾਈਕਰੋਬਾਇਓਲੋਜੀ ਦਾ ਪਿਤਾ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਵੱਲੋਂ ਇੱਕ ਸ਼ੈਲੀ ਸੂਖਮ ਜੀਵਾਂ ਦੀ ਵਿਆਖਿਆ ਕੀਤੀ ਹੈ। ਇਸ ਤਰ੍ਹਾਂ ਇਹ ਕਥਨ ਸਹੀ ਹੈ। ਚੌਥਾ ਸਹੀ ਗਲਤ ਬਿਜਲੀ ਅਤੇ ਗਰਜ ਦੇ ਦੌਰਾਨ ਸਾਨੂੰ ਇੱਕ ਉੱਚੇ ਦਰੱਖਤ ਜਾਂ ਬਿਜਲੀ ਦੇ ਖੰਭੇ ਦੇ ਹੇਠਾਂ ਖੜੇ ਹੋਣਾ ਚਾਹੀਦਾ ਹੈ।
ਆਕਾਸ਼ੀ ਬਿਜਲੀ ਦੀ ਗਰਜ ਅਤੇ ਚਮਕ ਸਮੇਂ ਸਾਨੂੰ ਕਿਸੇ ਵੱਡੇ ਰੁੱਖ ਹੇਠਾਂ ਜਾਂ ਖੰਭੇ ਹੇਠਾਂ ਪਨਾਹ ਨਹੀਂ ਲੈਣੀ ਚਾਹੀਦੀ, ਕਿਉਂਕਿ ਆਕਾਸ਼ੀਨ ਬਿਜਲੀ ਕਈ ਵਾਰੀ ਜ਼ਮੀਨ ਉੱਤੇ ਡਿੱਗ ਜਾਂਦੀ ਹੈ। ਆਕਾਸ਼ੀਨ ਬਿਜਲੀ ਚਾਰਜ ਪੈਦਾ ਹੋਣ ਨਾਲ ਚੱਲਦੀ ਹੈ। ਜਦੋਂ ਜ਼ਮੀਨ ਉੱਤੇ ਚਾਰਜ ਅਤੇ ਆਸਮਾਨ ਵਿੱਚ ਚਾਰਜ ਇੱਕ ਦੂਜੇ ਦੇ ਵਿਰੁੱਧ ਪੈਦਾ ਹੋ ਜਾਂਦਾ ਹੈ ਤਾਂ ਆਕਾਸ਼ੀਨ ਬਿਜਲੀ ਆਸਮਾਨ ਤੋਂ ਜ਼ਮੀਨ ਉੱਤੇ ਆ ਜਾਂਦੀ ਹੈ। ਇਹ ਚਾਰਜ ਉੱਚੀਆਂ ਇਮਾਰਤਾਂ ਅਤੇ ਵੱਡੇ ਰੁੱਖਾਂ ਉੱਤੇ ਜਲਦੀ ਪੈਦਾ ਹੁੰਦੇ ਹਨ। ਇਸ ਲਈ ਇਹਨਾਂ ਤੋਂ ਦੂਰ ਰਹਿਣਾ ਜ਼ਰੂਰੀ ਹੁੰਦਾ ਹੈ। ਇਸ ਲਈ ਇਹ ਕਥਨ ਗਲਤ ਹੈ। ਪੰਜਵਾਂ ਸਹੀ ਗਲਤ। ਨੇਤਰਹੀਣਾਂ ਲਈ ਲਿਖਣ ਦੀ ਬਰੇਲ ਪ੍ਰਣਾਲੀ ਦੀ ਖੋਜ ਹੈਲਨ ਕੇਲਰ ਦੁਆਰਾ ਕੀਤੀ ਗਈ ਸੀ। ਇਹ ਕਥਨ ਗਲਤ ਹੈ ਕਿਉਂਕਿ ਇਸ ਭਾਸ਼ਾ ਦੀ ਖੋਜ ਲੋਕਸ ਬਰੇਲ ਨੇ ਕੀਤੀ। ਹੁਣ ਅਸੀਂ ਪੇਪਰ ਵਿੱਚ ਆਏ ਮਿਲਾਨ ਬਾਰੇ ਗੱਲਬਾਤ ਕਰਦੇ ਹਾਂ। ਪਹਿਲਾ ਮਿਲਾਨ, ਹਾਈਡਰਾ ਵਿੱਚ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ। ਹਾਈਡਰਾ ਕਲੀਆਂ ਰਾਹੀਂ ਪ੍ਰਜਨਨ ਕਰਦਾ ਹੈ। ਇਹ ਅਲਿੰਗੀ ਪ੍ਰਜਨਨ ਦੀ ਇੱਕ ਵਿਧੀ ਹੈ। ਇਸ ਕਿਰਿਆ ਵਿੱਚ ਹਾਈਡਰਾ ਦੇ ਸਰੀਰ ਦੇ ਹੇਠਲੇ ਹਿੱਸੇ ਤੋਂ ਇੱਕ ਛੋਟੀ ਜਿਹੀ ਗੰਧ ਵਰਗੀ ਰਚਨਾ ਨਿਕਲਦੀ ਹੈ ਜਿਹੜੀ ਕਲੀ ਵਿੱਚ ਵਿਕਸਿਤ ਹੋ ਜਾਂਦੀ ਹੈ। ਇਹ ਕਲੀ ਮੁੱਖ ਜੀਵ ਦੇ ਸਰੀਰ ਤੋਂ ਵੱਖ ਹੋ ਜਾਂਦੀ ਹੈ ਅਤੇ ਇੱਕ ਨਵੇਂ ਹਾਈਡਰਾ ਵਿੱਚ ਵਿਕਸਿਤ ਹੋ ਜਾਂਦੀ ਹੈ। ਕਲੀਆਂ ਵਿਧੀ ਨੂੰ ਬਡਿੰਗ ਵੀ ਕਿਹਾ ਜਾਂਦਾ ਹੈ। ਇਸ ਲਈ ਇਸ ਮਿਲਾਨ ਦਾ ਉੱਤਰ ਬਡਿੰਗ ਆਵੇਗਾ। ਦੂਜਾ ਮਿਲਾਨ, ਅੱਖਾਂ ਦਾ ਇਹ ਹਿੱਸਾ ਅੱਖਾਂ ਨੂੰ ਰੰਗ ਦਿੰਦਾ ਹੈ। ਆਇਰਿਸ ਅੱਖ ਦਾ ਭਾਗ ਹੈ ਜਿਸ ਉੱਤੇ ਅੱਖ ਦਾ ਰੰਗ ਨਿਰਭਰ ਕਰਦਾ ਹੈ। ਇਹ ਕੋਰੇਇਡ ਦਾ ਰੰਗਦਾਰ ਭਾਗ ਹੈ ਜੋ ਕਿ ਪੁਤਲੀ ਦੇ ਆਕਾਰ ਨੂੰ ਕੰਟਰੋਲ ਕਰਦਾ ਹੈ, ਭਾਵ ਕਿ ਇਹ ਪ੍ਰਕਾਸ਼ ਨੂੰ ਨਿਯਮਤ ਤਰੀਕੇ ਨਾਲ ਅੱਖ ਵਿੱਚ ਦਾਖਲ ਹੋਣ ਦਿੰਦਾ ਹੈ। ਇਸ ਲਈ ਇਸ ਮਿਲਾਨ ਦਾ ਉੱਤਰ ਆਇਰਿਸ਼ ਆਵੇਗਾ। ਤੀਜਾ ਮਿਲਾਨ, ਵਾਹਨਾਂ ਲਈ ਘੱਟ ਤੋਂ ਘੱਟ ਪ੍ਰਦੂਸ਼ਣ ਕਰਨ ਵਾਲਾ ਬਾਲਣ। CNG ਇੱਕ ਨਪੀੜਤ ਕੁਦਰਤੀ ਗੈਸ ਹੈ ਜੋ ਕਿ ਇੱਕ ਸਾਫ਼ ਬਾਲਣ ਹੈ ਜਿਸ ਨੂੰ ਜਲਾਉਣ ਤੋਂ ਬਾਅਦ ਹਾਨੀਕਾਰਕ ਗੈਸਾਂ ਅਤੇ ਬੇਲੋੜਾ ਪਦਾਰਥ ਪੈਦਾ ਨਹੀਂ ਹੁੰਦਾ। ਇਸ ਤੋਂ ਇਲਾਵਾ ਹੋਰ ਬਾਲਣ ਜਿਵੇਂ ਕਿ ਪੈਟਰੋਲ ਅਤੇ ਡੀਜ਼ਲ ਨੂੰ ਜਦੋਂ ਜਲਾਇਆ ਜਾਂਦਾ ਹੈ ਤਾਂ ਬਹੁਤ ਸਾਰੀਆਂ ਹਾਨੀਕਾਰਕ ਗੈਸਾਂ ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਨਿਕਲਦੀਆਂ ਹਨ ਜੋ ਕਿ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਣ ਅਤੇ ਓਜ਼ੋਨ ਪਰਤ ਨੂੰ ਨੁਕਸਾਨ ਦਿੰਦੀਆਂ ਹਨ। ਇਹਨਾਂ ਗੈਸਾਂ ਨਾਲ ਸਾਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੁੰਦੀ ਹੈ। ਇਸ ਲਈ ਇਸ ਸਵਾਲ ਦਾ ਜਵਾਬ CNG ਆਵੇਗਾ। ਚੌਥਾ ਮਿਲਾਨ, ਕਲੈਮੀਡੋਮੋਨਸ। ਇਹ ਹਰੀ ਐਲਗੀ ਦੀ ਇੱਕ ਜੀਨਸ ਹੈ ਜਿਸ ਵਿੱਚ ਯੂਨੀਸੈਲੂਲਰ ਫਲੈਗੇਲੇਟਸ ਦੀਆਂ ਲਗਭਗ 150 ਕਿਸਮਾਂ ਸ਼ਾਮਲ ਹਨ ਜੋ ਕਿ ਰੁੱਕੇ ਪਾਣੀ ਵਿੱਚ ਅਤੇ ਗਿੱਲੀ ਮਿੱਟੀ ਵਿੱਚ, ਤਾਜ਼ੇ ਪਾਣੀ ਵਿੱਚ, ਸਮੁੰਦਰੀ ਪਾਣੀ ਵਿੱਚ ਅਤੇ ਇੱਥੋਂ ਤੱਕ ਕਿ ਬਰਫ਼ ਵਿੱਚ ਵੀ ਬਰਫ਼ ਦੀ ਐਲਗੀ ਵਜੋਂ ਮਿਲਦੀਆਂ ਹਨ। ਇਸ ਲਈ ਇਸ ਦਾ ਉੱਤਰ ਕਈ ਭਾਵ ਐਲਗੀ ਆਵੇਗਾ। ਪੰਜਵਾਂ ਮਿਲਾਨ, ਲੁਪਤ ਹੋ ਰਹੀਆਂ ਪ੍ਰਜਾਤੀਆਂ ਦਾ ਰਿਕਾਰਡ ਰੱਖਣ ਵਾਲੀ ਇੱਕ ਕਿਤਾਬ। ਇਸ ਤਰ੍ਹਾਂ ਦੀ ਕਿਤਾਬ ਨੂੰ ਰੈੱਡ ਡਾਟਾ ਬੁੱਕ ਕਿਹਾ ਜਾਂਦਾ ਹੈ। ਇਹ ਉਹਨਾਂ ਸਾਰੀਆਂ ਪ੍ਰਜਾਤੀਆਂ ਬਾਰੇ ਜਾਣਕਾਰੀ ਰੱਖਦੇ ਹਨ ਜੋ ਖਤਮ ਹੋਣ ਦੀ ਕਗਾਰ ਉੱਤੇ ਹੁੰਦੀਆਂ ਹਨ। ਫਿਰ ਇਸ ਅਨੁਸਾਰ ਹੀ ਇਹਨਾਂ ਪ੍ਰਜਾਤੀਆਂ ਲਈ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਜੋ ਇਹ ਪ੍ਰਜਾਤੀਆਂ ਲੋਪ ਨਾ ਹੋਣ। ਇਸ ਤਰ੍ਹਾਂ ਅਸੀਂ ਅੱਜ 8ਵੀਂ ਜਮਾਤ ਦੇ ਸਾਇੰਸ ਦੇ ਪਰਿਬੋਰਡ ਦੇ ਬਹੁ ਵਿਕਲਪੀ ਸਹੀ ਗਲਤ ਖਾਲੀ ਥਾਵਾਂ ਅਤੇ ਮਿਲਾਨ ਬਾਰੇ ਗੱਲਬਾਤ ਕੀਤੀ ਹੈ। ਅਗਲੀ ਵੀਡੀਓ ਵਿੱਚ ਪਰਿਬੋਰਡ ਦੇ ਪ੍ਰਸ਼ਨਾਂ ਬਾਰੇ ਗੱਲਬਾਤ ਕਰਾਂਗੇ। ਮੈਨੂੰ ਉਮੀਦ ਹੈ ਵੀਡੀਓ ਦੀ ਜਾਣਕਾਰੀ ਪਸੰਦ ਆਈ ਹੋਵੇਗੀ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।